ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 3 ਅਕਤੂਬਰ ਹੈ, ਦਿਨ ਐਤਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਖਬਰਾਂ ਦੱਸ ਦਿੰਦੇ ਹਾਂ। ਕਿਸਾਨਾਂ ਦੇ ਲਈ ਸਭ ਤੋਂ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ। ਸੂਬੇ ਦੀਆਂ ਮੰਡੀਆਂ ਦੇ ਵਿੱਚ ਪਹਿਲਾਂ ਹੀ ਝੋਨਾ ਵੱਡੀ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ ਹੈ। ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਕੱਲ੍ਹ ਮੋਦੀ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਿਆ। ਸੰਯੁਕਤ ਕਿਸਾਨ ਮੋਰਚੇ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਹੈ। ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਅੱਜ ਸਾਰੇ ਅਖਬਾਰਾਂ ਦੇ ਵਿੱਚ ਵੱਡੇ ਪੋਸਟਰ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਪੰਜਾਬ ਸਰਕਾਰ ਆਪਣੇ ਸਿਰ ਸਿਹਰਾ ਲੈਂਦੀ ਦਿਖਾਈ ਦੇ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਇਹ ਮੰਗ ਰੱਖੀ ਸੀ। ਹਾਲਾਂਕਿ ਉਹ ਜਿਹੜੀ ਬੈਠਕ ਸੀ ਉਹ ਇੱਕ ਰਸਮੀ ਬੈਠਕ ਸੀ। ਉਸ ਦੇ ਵਿੱਚ ਮੁੱਖ ਮੰਤਰੀ ਚੰਨੀ ਨੇ ਇਹ ਮੰਗਾਂ ਜ਼ਰੂਰ ਰੱਖੀਆਂ ਸੀ, ਪਰ ਇਹਦਾ ਪਤਾ ਨਹੀਂ ਸੀ ਲੱਗਿਆ ਕਿ ਪ੍ਰਧਾਨ ਮੰਤਰੀ ਚੰਨੀ ਨੇ ਭਰੋਸਾ ਦਿੱਤਾ ਹੱਲ ਕਰਨ ਦਾ ਜਾਂ ਫਿਰ ਨਹੀਂ। ਨਾ ਹੀ ਸੀਐਮ ਚੰਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਤੇ ਉਸ ਤੋਂ ਬਾਅਦ ਕੱਲ੍ਹ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਤਿੱਖੇ ਰੋਸ ਮੁਜ਼ਾਹਰੇ ਹੋਏ ਤੇ ਕਿਸਾਨ ਕਹਿ ਰਹੇ ਨੇ ਕਿ ਸਾਡੇ ਸੰਘਰਸ਼ ਕਰਕੇ ਹੀ ਮੋਦੀ ਸਰਕਾਰ ਨੂੰ ਝੁਕਣਾ ਪਿਆ। ਪਰ ਚਾਹੇ ਹਰਿਆਣਾ ਦੀ ਖੱਟਰ ਸਰਕਾਰ ਹੋਵੇ, ਕਿਉਂਕਿ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਵੀ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਵੀ ਇਸ ਗੱਲ ਦਾ ਸਿਹਰਾ ਆਪਣੇ ਨਾਮ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਉਧਰ ਅਕਾਲੀ ਦਲ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਝੋਨੇ ਦੀ ਖਰੀਦ ਮੁਲਤਵੀ ਕਰਨ ਦੇ ਖਿਲਾਫ, ਉਹ ਵੀ ਕਹਿ ਰਹੇ ਨੇ ਕਿ ਸਾਡੇ ਵਿਰੋਧ ਤੋਂ ਬਾਅਦ ਮੋਦੀ ਨੇ ਇਹ ਫੈਸਲਾ ਲਿਆ ਹੈ। ਪਰ ਹਕੀਕਤ ਇਹ ਹੈ ਕਿ ਕਿਸਾਨਾਂ ਨੇ ਤਿੱਖੇ ਮੁਜ਼ਾਹਰੇ ਕੀਤੇ। ਕਾਂਗਰਸ ਪੰਜਾਬ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ, ਲੀਡਰਾਂ ਦੇ ਘਰ ਘੇਰੇ। ਹਰਿਆਣਾ ਦੇ ਵਿੱਚ ਬੀਜੇਪੀ ਜੇਜੇਪੀ ਲੀਡਰਾਂ ਦੇ ਘਰ ਦੇ ਮੂਹਰੇ ਧਰਨੇ ਲਾ ਕੇ ਬਹਿ ਗਏ ਸੀ ਤੇ ਇਸ ਕਰਕੇ ਜਲਦੀ ਹੀ ਫੈਸਲਾ ਸਰਕਾਰਾਂ ਨੂੰ ਲੈਣਾ ਪੈ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਕਿਸਾਨਾਂ ਦੀ ਦੁੱਖ ਦੀ ਰਗ ਤੇ ਹੱਥ ਰੱਖ ਰਹੇ ਨੇ। ਕਹਿੰਦੇ ਕਿਸਾਨਾਂ ਦੇ ਨਾਲ ਮੁੜ ਗੱਲਬਾਤ ਦੇ ਲਈ ਸਰਕਾਰ ਰਾਜ਼ੀ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੋਵੇ, ਕਿਉਂਕਿ ਪਿਛਲੇ 9-10 ਮਹੀਨਿਆਂ ਤੋਂ ਸਰਕਾਰ ਲਗਾਤਾਰ ਇਹੀ ਕਹਿ ਰਹੀ ਹੈ ਜਦੋਂ ਤੋਂ ਗੱਲਬਾਤ ਟੁੱਟੀ ਹੈ ਜਨਵਰੀ ਤੋਂ। ਪਰ ਮੀਡੀਆ ਦੇ ਵਿੱਚ ਸਿਰਫ ਬਿਆਨ ਦੇਣ ਤੋਂ ਇਲਾਵਾ ਸਰਕਾਰ ਦਾ ਕੋਈ ਵੀ ਸੱਦਾ ਕਿਸਾਨਾਂ ਨੂੰ ਨਹੀਂ ਆਇਆ। ਨਾ ਸਰਕਾਰ ਨੇ ਕੋਈ ਫੋਨ ਕਿਸਾਨਾਂ ਨੂੰ ਕੀਤਾ ਹੈ। ਸਰਕਾਰ ਕਹਿੰਦੀ ਹੈ ਕਿ ਖੇਤੀ ਕਾਨੂੰਨਾਂ ਦੇ ਵਿੱਚ ਕਮੀਆਂ ਦਾ ਕੋਈ ਵੀ ਨੁਕਤਾ ਹੈ ਉਹ 'ਤੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਯਾਨੀ ਕਿ ਕਾਨੂੰਨ ਰੱਦ ਕਰਨ ਨੂੰ ਸਰਕਾਰ ਤਿਆਰ ਨਹੀਂ ਹੈ। ਕੱਲ੍ਹ ਵੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸਗੋਂ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਕੋਈ ਕਮੀ ਹੈ ਜਿਹੜੀ ਉਹ ਦੱਸ ਨਹੀਂ ਸਕੇ। ਪਿਛਲੀਆਂ ਬੈਠਕਾਂ ਵੀ ਅਸੀਂ ਕੀਤੀਆਂ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਲਵੇ ਨੂੰ ਕਿਸਾਨਾਂ ਖਿਲਾਫ ਦਰਜ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਮੁਲਾਜ਼ਮਾਂ ਨੂੰ ਪਰਿਵਾਰਿਕ ਪੈਨਸ਼ਨ ਦਾ ਲਾਭ ਦੇਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹੋਰ ਵੀ ਕਈ ਐਲਾਨ ਕੀਤੇ ਨੇ ਚੰਨੀ ਨੇ, ਉਹ ਸਾਰੇ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ। ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਹੋਰ ਵਾਧਾ ਹੋ ਗਿਆ, ਕਿੰਨਾ ਹੋਇਆ ਉਹ ਵੀ ਤੁਹਾਨੂੰ ਖਬਰਾਂ ਦੇ ਵਿਸਥਾਰ ਵਿੱਚ ਦੱਸਾਂਗੇ। ਨਵਜੋਤ ਸਿੰਘ ਸਿੱਧੂ ਹਾਲੇ ਤੱਕ ਆਪਣੇ ਅਸਤੀਫੇ ਦੇ ਉੱਤੇ ਕਾਇਮ ਨੇ। ਅਹੁਦਾ ਹੋਵੇ ਜਾਂ ਨਾ, ਪਰ ਰਾਹੁਲ ਤੇ ਪ੍ਰਿਯੰਕਾ ਦੇ ਨਾਲ ਡਟ ਕੇ ਖੜਾਂਗਾ। ਕੱਲ੍ਹ ਵਾਲੇ ਟਵੀਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕਿਸੇ ਵੀ ਲੀਡਰ ਦਾ ਨਾਮ ਨਹੀਂ ਲਿਆ, ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦਾ ਨਾਮ ਟਵੀਟ ਦੇ ਵਿੱਚ ਨਹੀਂ ਦੱਸਿਆ। ਕੱਲ੍ਹ ਪੂਰੇ ਭਾਰਤ ਦੇ ਵਿੱਚ ਸਰਕਾਰਾਂ ਦੇ ਵੱਲੋਂ ਗਾਂਧੀ ਜਯੰਤੀ ਮਨਾਈ ਗਈ, ਪਰ ਗਵਾਲੀਅਰ ਦੇ ਵਿੱਚ ਹਿੰਦੂ ਮਹਾਸਭਾ ਦੇ ਵੱਲੋਂ ਨੱਥੂ ਰਾਮ ਗੋਂਡਸੇ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਂਗਰਸ ਨੇ ਕਿਹਾ ਕਿ ਬੀਜੇਪੀ ਦੀ ਸਰਪ੍ਰਸਤੀ ਦੇ ਵਿੱਚ ਗੋਂਡਸੇ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਨੱਥੂ ਰਾਮ ਗੋਂਡਸੇ ਉਹੀ ਸੀ ਜਿਸ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। ਨਰਮਾ ਪੱਟੀ ਵਾਲੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ। ਕੱਲ੍ਹ ਮਾਨਸਾ ਜ਼ਿਲ੍ਹੇ ਦੇ ਵਿੱਚ 2 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਇੱਕ ਤਾਂ ਨੌਜਵਾਨ ਕਿਸਾਨ ਨਰਮਾ ਖਰਾਬ ਹੋਣ ਤੋਂ ਦੁਖੀ, ਸਾਰੀ ਫਸਲ ਬਰਬਾਦ ਹੋਣ ਤੋਂ ਨਿਰਾਸ਼ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ। ਬੇਅਦਬੀ ਦੀਆਂ ਘਟਨਾਵਾਂ ਹਾਲੇ ਤੱਕ ਰੁਕ ਨਹੀਂ ਰਹੀਆਂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬੇਅਦਬੀ ਦੀ ਜੋ ਘਟਨਾ ਵਾਪਰੀ ਸੀ ਉਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਪੁਲਿਸ ਨੂੰ ਚੇਤਾਵਨੀ ਦੇਣ ਤੋਂ ਬਾਅਦ ਇੱਕਦਮ ਚੁੱਪ ਹੈ। ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪਤਾ ਨਹੀਂ ਕਿੱਥੇ ਨੇ। ਇਸੇ ਦਰਮਿਆਨ ਪਟਿਆਲਾ ਤੋਂ ਖਬਰ ਆ ਰਹੀ ਹੈ, ਜਿੱਥੇ ਪਟਿਆਲਾ ਨੇੜਲੇ ਇੱਕ ਪਿੰਡ ਵਿਚਲੇ ਗੁਰਦੁਆਰੇ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬਲਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਵੀ ਦਿੱਤਾ। ਗ੍ਰੰਥੀ ਸਿੰਘ ਨੇ ਉਸ ਨੂੰ ਕਾਬੂ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਫਰਾਰ ਹੋ ਗਿਆ। ਇੱਥੋਂ ਤੱਕ ਕਿ ਗੁਰੂ ਘਰ ਦੇ ਅੰਦਰੋਂ ਸ੍ਰੀ ਸਾਹਿਬ ਚੱਕ ਕੇ ਫਰਾਰ ਹੋ ਗਿਆ। ਘਟਨਾ ਕੱਲ੍ਹ ਤੜਕੇ ਵਾਪਰੀ ਹੈ, ਜਦੋਂ ਗ੍ਰੰਥੀ ਸਿੰਘ ਤੋਂ ਬਿਨਾਂ ਹੋਰ ਕੋਈ ਗੁਰੂ ਘਰ ਦੇ ਅੰਦਰ ਮੌਜੂਦ ਨਹੀਂ ਸੀ। ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਪੈਨਲ ਨੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੁੱਢੋਂ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਟੀਸ਼ਨਾਂ ਦੇ ਦਾਇਰੇ ਨੂੰ ਬਿਨਾਂ ਵਜ੍ਹਾ ਵੱਡਾ ਕਰਦਿਆਂ ਚਲਾਕੀ ਭਰੇ ਤਰੀਕੇ ਨਾਲ ਮੋਰਚੇ ਨੂੰ ਖਾਮ-ਖਾਹ ਦੇ ਵਿਵਾਦ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਪਟੀਸ਼ਨ ਨਹੀਂ ਪਾਈ ਹੈ, ਨਾ ਹੀ ਮੋਰਚਾ ਕਿਸੇ ਪਟੀਸ਼ਨ ਦੇ ਵਿੱਚ
ਧਿਰ ਬਣਿਆ ਹੈ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਗੈਰ ਸੰਵਿਧਾਨਕ ਖੇਤੀ ਕਾਨੂੰਨਾਂ ਦਾ ਖੁਦ ਹੀ ਨੋਟਿਸ ਲੈ ਕੇ ਸੰਘਰਸ਼ੀਲ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਜਾਂ ਫਿਰ ਸੁਪਰੀਮ ਕੋਰਟ ਦਾ ਮੋਢਾ ਨਹੀਂ ਵਰਤਣਾ ਚਾਹੀਦਾ। ਪੰਜਾਬ ਕਾਂਗਰਸ ਦੇ ਕਲੇਸ਼ ਦੇ ਵਿੱਚ ਰਣਦੀਪ ਸੁਰਜੇਵਾਲਾ ਨੇ ਜਿਹੜਾ ਬਿਆਨ ਦਿੱਤਾ ਕਿ ਸੋਨੀਆ ਗਾਂਧੀ ਨੇ ਨਹੀਂ ਬਲਕਿ ਮੁੱਖ ਮੰਤਰੀ ਕੈਪਟਨ ਨੂੰ 78 ਵਿਧਾਇਕਾਂ ਨੇ ਬਦਲਿਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਹਰੀਸ਼ ਰਾਵਤ ਅਤੇ ਸੁਰਜੇਵਾਲਾ ਤੇ ਨਿਸ਼ਾਨਾ ਸਾਧਦਿਆਂ ਕੈਪਟਨ ਨੇ ਕਿਹਾ ਹੈ ਕਿ ਦੋਵੇਂ ਜਣੇ ਜਿਹੜੇ ਅੰਕੜੇ ਦੇ ਰਹੇ ਨੇ ਆਪਸ ਵਿੱਚ ਮੇਲ ਹੀ ਨਹੀਂ ਖਾਂਦੇ। ਕਹਿੰਦੇ ਇੱਕ ਦਿਨ ਪਹਿਲਾਂ ਹਰੀਸ਼ ਰਾਵਤ ਇਹ ਕਹਿ ਰਹੇ ਸੀ ਕਿ 43 ਵਿਧਾਇਕਾਂ ਨੇ ਹਾਈਕਮਾਨ ਨੂੰ ਲਿਖਿਆ ਹੈ ਤੇ ਹੁਣ ਰਣਦੀਪ ਸੁਰਜੇਵਾਲਾ ਇਹ ਕਹਿ ਰਹੇ ਨੇ ਕਿ 78 ਵਿਧਾਇਕਾਂ ਨੇ ਮੁੱਖ ਮੰਤਰੀ ਬਦਲਣ ਬਾਰੇ ਹਾਈਕਮਾਨ ਨੂੰ ਲਿਖਿਆ ਸੀ। ਉਹਨਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਹਾਸੋਹੀਣੀ ਡਰਾਮੇਬਾਜ਼ੀ ਤੋਂ ਪ੍ਰੇਰਣਾ ਲੈ ਕੇ ਅਜਿਹੇ ਬਿਆਨ ਦੇ ਰਹੀ ਹੈ। ਕੈਪਟਨ ਨੇ ਚੇਤਾਵਨੀ ਦਿੱਤੀ ਕਿ ਕਾਂਗਰਸ ਲੀਡਰਾਂ ਦੇ ਝੂਠ ਦਾ ਕਾਂਗਰਸ ਪਾਰਟੀ ਨੂੰ ਹੀ ਮੁੱਲ ਤਾਰਨਾ ਪਏਗਾ। ਪਿਛਲੇ ਦਿਨੀ ਰੂਪਨਗਰ ਦੇ ਪਿੰਡ ਰੋਡ ਮਾਜਰਾ ਦੇ ਗੁਰੂ ਘਰ ਦੀ ਹਦੂਦ ਅੰਦਰ ਵਿਆਹ ਸਮਾਗਮ ਦੌਰਾਨ ਨਚਾਰਾਂ ਨੂੰ ਨਚਾ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਵਿਆਹ ਸਮਾਗਮ ਦੇ ਪ੍ਰਬੰਧਕ ਬਾਬਾ ਗਾਜ਼ੀ ਦਾਸ ਕਲੱਬ ਰੋਡ ਮਾਜਰਾ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਅਤੇ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗਲਤੀ ਦੀ ਭੁੱਲ ਬਖਸ਼ਾਈ ਹੈ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਕੁਝ ਗਲਤੀ ਦੇ ਵਿੱਚ ਹੋਇਆ ਹੈ। ਇਸ ਮਾਮਲੇ ਦੇ ਵਿੱਚ ਐਸਜੀਪੀਸੀ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ, ਜਦਕਿ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਬਹੁਤ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਨੂੰ ਸਿਆਸੀ ਮਨੋਰਥ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਤੇ ਕਲੱਬ ਦੇ ਪ੍ਰਧਾਨ ਨੇ ਤਾਂ ਐਸਜੀਪੀਸੀ ਪ੍ਰਧਾਨ ਅਤੇ ਜਥੇਦਾਰ ਸਾਹਿਬ ਦੇ ਬਿਆਨਾਂ ਦੀ ਵੀ ਨਿਖੇਧੀ ਕਰ ਦਿੱਤੀ। ਕਿਹਾ ਕਿ ਮੇਰੀ ਕੋਈ ਵੀ ਮਨਸ਼ਾ ਮਰਿਆਦਾ ਭੰਗ ਕਰਨ ਦੀ ਨਹੀਂ ਸੀ, ਪਰ ਫਿਰ ਵੀ ਮੈਂ ਸਮੁੱਚੀ ਸੰਗਤ ਤੋਂ ਮਾਫੀ ਮੰਗਦਾ ਹਾਂ। ਪਰ ਇਸ ਮਸਲੇ ਦੇ ਵਿੱਚ ਸਿੱਖ ਸਿਧਾਂਤਾਂ ਦੇ ਮੁਤਾਬਿਕ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਚਾਉਣ ਦੀ ਗਲਤੀ ਨੂੰ ਕੋਈ ਛੋਟੀ ਗਲਤੀ ਕਿਹਾ ਜਾ ਸਕਦਾ ਹੈ, ਜਦਕਿ ਕਲੱਬ ਦਾ ਪ੍ਰਧਾਨ ਖੁਦ ਉਹਨਾਂ ਨਚਾਰਾਂ ਦੇ ਨਾਲ ਪੂਰੇ ਜੋਸ਼ ਦੇ ਨਾਲ ਨੱਚ ਰਿਹਾ ਸੀ। ਇਹ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਨਿਯੁਕਤ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਸਿੱਖ ਭਾਈਚਾਰੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੀ ਦਰ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਰਹੀ ਹੈ। ਲਾਲਪੁਰਾ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕੇਂਦਰ ਵੱਲੋਂ ਘੱਟ ਗਿਣਤੀ ਭਾਈਚਾਰੇ ਲਈ ਸਿੱਖਿਆ, ਰੁਜ਼ਗਾਰ ਤੇ ਹੁਨਰਮੰਦ ਸਿੱਖਿਆ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਕਿਸਾਨਾਂ ਨੇ ਕਿਹਾ ਕਿ ਸਾਡੀ ਵੱਡੀ ਜਿੱਤ ਹੋਈ ਹੈ। ਕੇਂਦਰ ਸਰਕਾਰ ਨੇ ਸਾਡੇ ਸੰਘਰਸ਼ ਦੇ ਦਬਾਅ ਵਿੱਚ ਆ ਕੇ ਆਪਣਾ ਫੈਸਲਾ ਬਦਲ ਦਿੱਤਾ ਤੇ ਹੁਣ ਐਤਵਾਰ ਯਾਨੀ 3 ਅਕਤੂਬਰ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਕੇਂਦਰੀ ਖੁਰਾਕ ਤੇ ਖਪਤਕਾਰਾਂ ਬਾਰੇ ਮਾਮਲਿਆਂ ਦੇ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ 3 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੌਬੇ ਦੇ ਨਾਲ ਮੁਲਾਕਾਤ ਕੀਤੀ। ਖੱਟਰ ਨੇ ਦੱਸਿਆ ਕਿ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ 3 ਅਕਤੂਬਰ ਤੋਂ ਸ਼ੁਰੂ ਹੋਵੇਗੀ। ਖੱਟਰ ਨੇ ਕਿਹਾ ਕਿ ਅਸੀਂ ਕੇਂਦਰ ਮੰਤਰਾਲੇ ਨੂੰ ਝੋਨੇ ਦੀ ਖਰੀਦ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਪਰ ਇੱਕ ਫੈਕਟ ਤੁਹਾਨੂੰ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਖੱਟਰ ਨੇ ਹੀ ਝੋਨੇ ਦੀ ਖਰੀਦ ਮੁਲਤਵੀ ਕਰਨ ਦੀ ਅੱਗੇ ਪਾਉਣ ਦੀ ਚਿੱਠੀ ਹੈ ਜਿਹੜੀ ਉਹ ਕੇਂਦਰ ਸਰਕਾਰ ਨੂੰ ਲਿਖੀ ਸੀ। ਖੱਟਰ ਨੇ ਕਿਹਾ ਕਿ ਸਾਡੇ ਸੂਬੇ ਦੇ ਵਿੱਚ ਤਾਂ ਝੋਨਾ ਮੰਡੀਆਂ ਦੇ ਵਿੱਚ ਪਹੁੰਚਣਾ ਸ਼ੁਰੂ ਵੀ ਹੋ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਗੱਲ ਕਹੀ ਸੀ ਕਿ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ। ਹੁਣ ਇਹ ਜਿਹੜਾ ਪ੍ਰਧਾਨ ਮੰਤਰੀ ਨੇ ਆਪਣਾ ਫੈਸਲਾ ਬਦਲਿਆ ਹੈ, ਚੰਨੀ ਦੇ ਕਹਿਣ ਤੇ ਬਦਲਿਆ ਜਾਂ ਖੱਟਰ ਦੇ ਕਹਿਣ ਤੇ ਜਾਂ ਫਿਰ ਅਕਾਲੀਆਂ ਦੇ ਦਬਾਅ ਵਿੱਚ ਜਾਂ ਕਿਸਾਨਾਂ ਦੇ ਸੰਘਰਸ਼ ਦੇ ਦਬਾਅ ਦੇ ਵਿੱਚ, ਇਹ ਤਾਂ ਹੁਣ ਕੇਂਦਰ ਸਰਕਾਰ ਹੀ ਜਾਣਦੀ ਹੈ। ਸੋ ਜਿਹੜੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਵੀ ਫੋਨ ਤੇ ਸੁਨੇਹਾ ਮਿਲ ਚੁੱਕਿਆ, ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਕਿਸਾਨਾਂ ਦੀ ਇਹ ਜਾਇਜ਼ ਮੰਗ ਸੀ। ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਦੇ ਸਾਹਮਣੇ ਹੁਣ ਚੁਣੌਤੀ ਹੈ ਕਿ ਕੀ ਮੰਡੀਆਂ ਦੇ ਵਿੱਚ 100% ਬਾਰਦਾਨਾ ਮਿਲੇਗਾ ਕਿਸਾਨਾਂ ਨੂੰ ਜਾਂ ਨਹੀਂ, ਖਰੀਦ ਪ੍ਰਬੰਧ ਮੁਕੰਮਲ ਹੋਣਗੇ ਜਾਂ ਨਹੀਂ, ਇਹ ਵੀ ਇੱਕ ਵੱਡਾ ਸਵਾਲ ਹੈ। ਹਾਲਾਂਕਿ ਕਿਸਾਨ ਲੀਡਰਾਂ ਨੇ ਫੈਸਲੇ ਨੂੰ ਆਪਣੀ ਜਿੱਤ ਦੱਸਿਆ, ਪਰ ਨਾਲ ਹੀ ਨਮੀ ਦੀ ਮਾਤਰਾ ਜਿਹੜੀ ਹੈ ਉਹ ਵਧਾਉਣ ਦੀ ਵੀ ਮੰਗ ਕੀਤੀ ਹੈ। ਜਿਹੜੀ ਸ਼ਰਤ ਲਾਈ ਗਈ ਹੈ ਉਸ ਨੂੰ ਵਧਾਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਇਸ ਵਾਰੀ ਬੰਪਰ ਜਿਹੜੀ ਝੋਨੇ ਦੀ ਫਸਲ ਹੋਣ ਦੀ ਉਮੀਦ ਹੈ। 2 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਜਿਹੜਾ ਇਸ ਵਾਰੀ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਹੈ ਜਿਹੜੀ ਉਹ ਆਈ ਹੈ। ਕਿਸਾਨ ਮੋਰਚੇ ਨੇ ਵੀ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ ਮਨਾਉਣ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਸਫਲਤਾ ਹਾਸਲ ਕਰ ਲਈ ਹੈ। ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ, ਇਸ ਕਰਕੇ ਸਰਕਾਰ ਝੁਕ ਗਈ ਹੈ ਤੇ ਹੁਣ ਜਿਹੜਾ ਧਰਨਾ ਹੈ ਉਹ ਖਤਮ ਹੋ ਜਾਏਗਾ। ਹਰਿੰਦਰ ਲੱਖੋਵਾਲ
किसान लीडर उन्होंने की कहा है वो तुहानूं सुणाउंदे आ। पता नहीं सरकार ਨੂੰ ਕੀ ਇਹੋ ਜਿਹੀਆਂ ਗੱਲਾਂ ਤੋਂ ਸਵਾਦ ਆਉਂਦਾ ਵੀ ਸਾਡੇ ਇਹਨਾਂ ਨੇ ਅੰਦੋਲਨ ਹੀ ਕਰਾਉਣੇ ਹੁੰਦੇ ਆ, ਕਿਸਾਨਾਂ ਨੂੰ ਸੜਕਾਂ ਤੇ ਹੀ ਬਿਠਾ ਕੇ ਫਿਰ ਇਹਨਾਂ ਨੇ ਇਹ ਚੀਜ਼ਾਂ ਪਹਿਲਾਂ ਹੀ ਗਲਤੀਆਂ ਕਰ ਲੈਂਦੇ ਆ, ਜਿਵੇਂ ਇਹਨਾਂ ਨੇ ਕਾਨੂੰਨ ਬਣਾ ਕੇ ਗਲਤੀ ਕਰ ਲਈ ਫਿਰ ਸਾਨੂੰ ਨੂੰ ਸੜਕਾਂ ਤੇ ਬਿਠਾ ਕੇ ਇਹ ਚੀਜ਼ਾਂ ਵਾਪਸ ਲੈਂਦੇ ਆ। ਇਸੇ ਤਰ੍ਹਾਂ ਸਾਨੂੰ ਮੰਡੀਆਂ 'ਚ ਰੋਲਿਆ ਇਹਨਾਂ ਨੇ ਇੰਨੇ ਦਿਨ ਤੇ ਉਹ ਅੱਜ ਇਹਨਾਂ ਨੇ ਵਾਪਸ ਲੈ ਲਿਆ ਗਿਆ। ਕਿਸਾਨਾਂ ਦੀ ਇੱਕ ਵੱਡੀ ਜਿੱਤ ਹੋਈ ਆ ਤੇ ਅਸੀਂ ਇਹ ਵੀ ਕਹਿੰਦੇ ਆ ਵੀ ਜਿਹੜਾ ਸਾਨੂੰ ਨਵੀਂ ਦੇ ਵਿੱਚ ਵੀ ਸਾਨੂੰ ਸ਼ਰਤਾਂ ਨਰਮ ਕੀਤੀਆਂ ਜਾਣ ਤੇ ਸਾਨੂੰ ਆਉਣ ਵਾਲੇ ਦਿਨਾਂ 'ਚ ਇਹ ਵੀ ਲੱਗਦਾ ਵੀ ਬਾਰਦਾਨੇ ਦੀ ਵੱਡੀ ਕਮੀ ਆਊ, ਹੁਣੇ ਤੋਂ ਹੀ ਇਹਨਾਂ ਨੂੰ ਬਾਰਦਾਨਾ ਵੀ ਸਾਡਾ ਉੱਥੇ ਪੂਰਾ ਕਰ ਦੇਣਾ ਚਾਹੀਦਾ। ਉਧਰ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਭਾਵੇਂ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਤਵਾਰ ਹੈ, ਕੱਲ ਤੋਂ ਹੀ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ, ਹੁਣ ਤੁਸੀਂ ਮੁੱਕ ਰਿਓ ਨਾ ਤੇ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਾ ਕਰਿਓ। ਜੇ ਐਤਵਾਰ ਤੋਂ ਖਰੀਦ ਸ਼ੁਰੂ ਨਾ ਹੋਈ ਤਾਂ ਸੋਮਵਾਰ ਤੋਂ ਫਿਰ ਅਸੀਂ ਸੜਕਾਂ ਜਾਮ ਕਰ ਦਿਆਂਗੇ ਤੇ ਚੜੂਨੀ ਨੇ ਸਾਰੇ ਕਿਸਾਨਾਂ ਨੂੰ ਤਿਆਰ ਰਹਿਣ ਦਾ ਸੁਨੇਹਾ ਵੀ ਦਿੱਤਾ ਹੈ। ਨਾਲ ਹੀ ਧਰਨੇ ਖਤਮ ਕਰਨ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਕਿ ਸਾਰੇ ਸਿਆਸੀ ਲੀਡਰਾਂ ਦੇ ਘਰਾਂ ਦੇ ਮੂਹਰੋਂ ਧਰਨੇ चुक देते जान। तो एक तो हम हरियाणा सरकार से ये कहना चाहेंगे कि कल इतवार है और कल से ही इतवार को भी खरीद होनी चाहिए और किसी तरह का धोखा ना हो। हरियाणा सरकार किसी तरह का या केंद्र सरकार किसी तरह का किसानों से धोखा ना करे, किसी तरह टकाने की कोशिश ना करे। और अगर कल खरीद नहीं होती है तो फिर परसों हमें रोड जाम करने पड़ेंगे और उसके लिए सभी भाई तैयार रहें। अकाली दल के सीनियर बुलारे डॉक्टर दलजीत सिंह चीमा ने जिहड़ा यह फैसला होया केंद्र सरकार का उसका सेहरा भी अपने सिर बनने की कोशिश की है क्योंकि अकाली दल ने भी विरोध किया। सुखबीर सिंह बादल पहुंचे सी FCI के दफ्तर मूहरे झोने की ट्राली लैके। हालांकि चीमा ने कहा कि केंद्र सरकार ने अपना गलत फैसला जिहड़ा कीता सी वो वापस लैके चंगी गल कीती है, पर इस नाल एक गल तां स्पष्ट हो गई है कि कोई नवीं दा रौला रूला नहीं सी, सिर्फ ते सिर्फ पंजाब ते हरियाणा के किसानां नूं इह सबक सिखाउण दी कोशिश सी मोदी सरकार दी जो उसने कीता। कहंदे जे नवीं दा रौला हुंदा तां एक दिन दे विच नवीं किवें खत्म हो गई, नवीं तां एक दिन पहलां भी वध नहीं सी। केंद्र सरकार ने चंगा कीता है कि जिहड़ा गलत फैसला लिया सी ਉਹਨੂੰ तुरंत वापस कर लिया, पर ਇਹਦੇ ਨਾਲ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਕੋਈ ਮਾਇਸਚਰ ਦਾ ਰੌਲਾ ਨਹੀਂ ਸੀ, ਸਿਰਫ ਤੇ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਜਿਹੜੀ ਹੈ ਕੋਈ ਕੋਸ਼ਿਸ਼ ਸੀ। ਜੇ ਮਾਇਸਚਰ ਦਾ ਰੌਲਾ ਹੁੰਦਾ ਤਾਂ ਫਿਰ ਇੱਕ ਦਿਨ 'ਚ ਮਾਇਸਚਰ ਤਾਂ ਖਤਮ ਨਹੀਂ ਹੋਇਆ। ਪਰ ਕੇਂਦਰ ਸਰਕਾਰ ਨੂੰ ਇਦਾਂ ਦੇ ਹੱਥ ਕੰਡੇ ਨਹੀਂ ਵਰਤਣੇ ਚਾਹੀਦੇ ਔਰ ਸੂਬੇ ਦੀ ਸਰਕਾਰ ਦੀ ਵੀ ਬੜੀ ਵੱਡੀ ਅਣਗਹਿਲੀ ਸੀ ਜਿਨੇ ਟਾਈਮ ਸਿਰ ਕੇਂਦਰ ਨਾਲ ਚੈੱਕਅਪ ਕਰਨ ਦੀ ਬਜਾਏ ਥੱਲੇ ਆਰਡਰ ਕਰਕੇ ਤੇ ਖਰੀਦ ਰੋਕ ਦਿੱਤੀ। ਸੋ ਝੋਨੇ ਦੀ ਖਰੀਦ ਅੱਗੇ ਪਾਉਣ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਵਜ਼ੀਰਾਂ ਤੇ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਪੂਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ। ਪਟਿਆਲੇ ਦੇ ਵਿੱਚ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਕਾਰਨ ਕਿਸਾਨਾਂ ਨੇ ਬ੍ਰਹਮ ਮਹਿੰਦਰਾ ਦੀ ਕੋਠੀ ਮੂਹਰੇ ਪ੍ਰਦਰਸ਼ਨ ਕੀਤਾ। ਬਠਿੰਡਾ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਫ਼ਤਰ ਕਿਸਾਨਾਂ ਨੇ ਘੇਰਿਆ। ਜਲੰਧਰ ਦੇ ਵਿੱਚ ਸਰਕਟ ਹਾਊਸ ਦੇ ਵਿੱਚ ਅਧਿਆਪਕਾਂ ਦੇ ਨਾਲ ਬੈਠਕ ਕਰ ਰਹੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੂੰ ਕਿਸਾਨਾਂ ਨੇ ਸਰਕਟ ਹਾਊਸ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ। ਹਾਲਾਂਕਿ ਪ੍ਰਗਟ ਸਿੰਘ ਨੇ ਇਹਨਾਂ ਸਾਰੇ ਹਾਲਾਤਾਂ ਦਾ ਭਾਂਡਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਫੋੜ ਦਿੱਤਾ। ਕਿਹਾ ਕਿ ਜਦੋਂ ਕੈਪਟਨ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਉਦੋਂ ਬਾਅਦ ਇਹ ਹਾਲਾਤ ਬਣੇ ਨੇ। ਗੁਰਦਾਸਪੁਰ ਦੇ ਕਾਦੀਆਂ ਦੇ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਕਿਸਾਨਾਂ ਨੇ ਘਿਰਾਓ ਕੀਤਾ। ਮੋਗਾ ਦੇ ਵਿਧਾਇਕ ਹਰਜੋਤ ਕਮਲ ਦਾ ਘਿਰਾਓ ਵੀ ਕੀਤਾ। ਟਾਂਡਾ ਤੋਂ MLA ਸੰਗਤ ਸਿੰਘ ਗਿਲਜੀਆਂ ਜਿਹੜੇ ਕੈਬਨਿਟ ਮੰਤਰੀ ਬਣ ਗਏ ਨੇ ਹੁਣ ਉਹਨਾਂ ਦੇ ਘਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੀ ਕੋਠੀ ਦੇ ਬਾਹਰ ਧਰਨਾ ਲਾਇਆ। ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਝੋਨੇ ਵਾਲੇ ਕਿਸਾਨ ਹੈਗੇ ਨੇ ਉੱਥੇ ਵਿਧਾਇਕਾਂ ਦੇ ਘਰ ਨੇ ਜਿਹੜੇ ਉਹ ਘੇਰੇ ਗਏ। ਸਰਕਾਰਾਂ ਦੀ ਨੀਤ ਮਾੜੀ ਆ ਕਿਉਂਕਿ ਸਾਰੀਆਂ ਸਰਕਾਰਾਂ ਰਲੀ ਹੋਈਆਂ ਵਾ 1995 ਤੋਂ ਇਹ ਜਿਹੜੇ ਸਾਡੇ ਤੇ ਕਾਨੂੰਨ ਤਿੰਨ ਠੋਕੇ ਆ ਉਦੋਂ ਦੇ ਸ਼ੁਰੂ ਹੋਏ ਆ। ਕਾਂਗਰਸ ਸਰਕਾਰ ਨੇ ਪਹਿਲਾਂ ਸ਼ੁਰੂ ਕੀਤੇ ਸੀ ਉਹਨਾਂ ਕੋਲ ਲਾਗੂ ਨਹੀਂ ਹੋਏ ਤੇ BJP ਵਾਲੇ ਲਾਗੂ ਕਰਤੇ। ਜੇ ਆਪਾਂ ਕਹੀਏ ਕੋਈ ਸਰਕਾਰ ਕਿਸਾਨਾਂ ਦੇ ਹੱਕ 'ਚ ਕੋਈ ਵੀ ਕੰਮ ਕਰਦੀ, ਕੰਮ ਨਹੀਂ ਕੋਈ ਕਰਨ ਕੇ ਰਾਜੀ। ਸਾਰੇ ਤੇ ਸਾਰੇ ਕਿਸਾਨ ਮਾਰੂਗਾ, ਸਾਰਿਆਂ ਦਾ ਇਰਾਦਾ ਵੀ ਕਿਸਾਨ ਮਾਰ ਦੋ। ਪਰ ਇਹਨਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜੇ ਕਿਸਾਨ ਮਰ ਗਿਆ ਤੇ ਫਿਰ ਤੁਹਾਡੇ ਵਾਸਤੇ ਰਹੂਗਾ ਕਿ ਸਿਆਸਤ ਕਿਤੇ ਕਰੋਗੇ।
ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਜੋ ਧਰਨੇ ਦਿੱਤੇ ਗਏ ਸੀ ਉਸ ਨੂੰ ਲੈ ਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਦਾ ਵਿਰੋਧ ਕਰਨਾ ਬੇਮਾਇਨੇ ਹੈ। ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫੈਸਲਾ ਕੇਂਦਰ ਸਰਕਾਰ ਨੇ ਲਿਆ, ਇਸ ਕਰਕੇ ਸਾਡਾ ਵਿਰੋਧ ਨਹੀਂ ਕਰਨਾ ਬਣਦਾ। ਹਾਲਾਂਕਿ ਇਹ ਵੀ ਫੈਕਟ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਰੇ ਵਜ਼ੀਰਾਂ ਸਮੇਤ ਪੰਜਾਬ ਦੀ ਕੋਈ ਵੀ ਗੱਲ ਮਨਵਾਉਣ ਦੇ ਲਈ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾਂ ਫਿਰ ਪਾਰਲੀਮੈਂਟ ਦੇ ਬਾਹਰ ਜਾ ਕੇ ਪੱਕਾ ਧਰਨਾ ਲਾ ਦੇਣ ਤਾਂ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਏਗਾ। ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਹੈ ਜਿਹੜੀ ਉਹ ਐਤਵਾਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਕਿਸਾਨਾਂ ਦੇ ਨਾਲ ਧੱਕਾ 10 ਦਿਨ ਅੱਗੇ ਨਹੀਂ ਪਾਉਣਾ ਚਾਹੀਦਾ। ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਲਾਵਾਰਿਸ ਛੱਡ ਦਿੱਤਾ ਹੈ ਤੇ ਕੇਂਦਰ ਸਰਕਾਰ ਦੇ ਫੈਸਲਾ ਬਦਲਣ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਨੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਕਈ ਥਾਵਾਂ ਤੇ ਕਿਸਾਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ। ਇੱਥੇ ਬੀਜੇਪੀ ਤੇ ਜੇਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਧਰਨੇ ਲਾਉਣ ਕਿਸਾਨ ਪਹੁੰਚੇ ਸੀ। ਪ੍ਰਸ਼ਾਸਨ ਦੇ ਵੱਲੋਂ ਕਈ ਥਾਵਾਂ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਗਿਆ। ਕਰਨਾਲ ਦੇ ਵਿੱਚ ਝੋਨੇ ਦੀਆਂ ਟਰਾਲੀਆਂ ਲੈ ਕੇ ਕਿਸਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਵੱਲ ਤੁਰੇ। ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣ ਵਾਸਤੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਤੇ ਉੱਥੇ ਹੀ ਕਿਸਾਨਾਂ ਨੇ ਫਿਰ ਸੀਐਮ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾ ਦਿੱਤਾ। ਅੰਬਾਲਾ ਸ਼ਹਿਰ ਦੇ ਵਿੱਚ ਵੀ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ, ਬੈਰੀਕੇਡ ਲਾਏ ਗਏ। ਇਸ ਤਰ੍ਹਾਂ ਕੁਰੂਕਸ਼ੇਤਰ ਤੇ ਸ਼ਾਹਬਾਦ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ। ਇਸੇ ਦਰਮਿਆਨ ਕਿਸਾਨਾਂ ਦੇ ਲਈ ਗ੍ਰਹਿ ਮੰਤਰੀ ਅਨਿਲ ਵਿਜ ਨੇ ਮੁੜ ਇੱਕ ਅਜਿਹਾ ਸ਼ਬਦ ਵਰਤਿਆ ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਲਾਜ਼ਮੀ ਹੈ। ਅਨਿਲ ਵਿਜ ਨੇ ਕਿਸਾਨੀ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਿਨ ਪ੍ਰਤੀ ਦਿਨ ਹਿੰਸਕ ਹੁੰਦਾ ਜਾ ਰਿਹਾ ਹੈ। ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਹਿੰਸਕ ਅੰਦੋਲਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸਾਨ ਲੀਡਰ ਆਪਣੇ ਅੰਦੋਲਨ ਨੂੰ ਕੰਟਰੋਲ ਦੇ ਵਿੱਚ ਰੱਖਣ, ਸਬਰ ਦੇ ਵਿੱਚ ਰੱਖਣ। ਇਹ ਜਿਹੜਾ ਅਨਿਲ ਵਿਜ ਨੇ ਬਿਆਨ ਜਿਹੜਾ ਦਿੱਤਾ ਸੱਚਾਈ ਤੋਂ ਕੋਹਾਂ ਦੂਰ ਹੈ, ਕਿਉਂਕਿ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਹਿੰਸਾ ਜਿਹੜੀ ਹੈ ਉਹ ਕਦੇ ਵੀ ਨਹੀਂ ਦੇਖੀ ਗਈ। ਕਿਸਾਨ ਮੋਰਚੇ ਨੇ ਦੱਸਿਆ ਕਿ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਹੈ ਜਿਹੜੀ ਕਿਸਾਨ ਮੋਰਚਿਆਂ ਦੇ ਵਿੱਚ ਮਨਾਈ ਗਈ। ਲਾਲ ਬਹਾਦਰ ਸ਼ਾਸਤਰੀ ਨੂੰ ਸਮਰਪਿਤ ਕਿਸਾਨ ਯਾਤਰਾ ਰੁਦਰਪੁਰ ਤੋਂ ਰਵਾਨਾ ਹੋਈ, ਗਾਜ਼ੀਪੁਰ ਸਰਹੱਦ ਤੇ ਪਹੁੰਚੇਗੀ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀਤੀ ਸਖਤੀ ਤੋਂ ਬਾਅਦ ਪੰਜਾਬ ਦੇ ਵਿੱਚ 2 ਥਾਵਾਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਹਾਰ ਤੋਂ ਆਉਂਦੇ ਝੋਨੇ ਦੇ ਟਰੱਕ ਫੜ ਵੀ ਲਏ ਨੇ। ਬਿਹਾਰ ਤੋਂ ਆਏ ਝੋਨੇ ਦੇ 10 ਟਰੱਕ ਫੜੇ ਗਏ ਨੇ। 2 ਥਾਵਾਂ ਤੇ ਕੇਸ ਦਰਜ ਹੋਏ ਨੇ, ਤਰਨਤਾਰਨ ਤੇ ਕਪੂਰਥਲਾ ਦੇ ਵਿੱਚ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸੂਬੇ ਦੇ ਵਿੱਚ ਦੂਸਰੇ ਸੂਬਿਆਂ ਤੋਂ ਝੋਨਾ 1509 ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਲਿਆਉਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। 2 FIRs ਦਰਜ ਕਰਵਾਈਆਂ ਗਈਆਂ ਨੇ ਵਿਭਾਗ ਦੇ ਵੱਲੋਂ। ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਕਸਬੇ ਵਿੱਚ ਪੈਂਦੇ ਰੱਤਾ ਗੁੱਦਾ ਅਨਾਜ ਮੰਡੀ ਦੇ ਵਿੱਚ ਦੂਸਰੇ ਸੂਬਿਆਂ ਤੋਂ ਲਿਆਂਦਾ 1509 ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਲਾਇਆ ਜਾ ਰਿਹਾ ਸੀ, ਜਿਸ ਤੇ ਕਾਰਵਾਈ ਕਰਦਿਆਂ ਤੁਰੰਤ ਪ੍ਰਤਾਪ ਕਮਿਸ਼ਨ ਏਜੰਟ ਦੇ ਮਾਲਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ। ਪਰਚਾ ਦਰਜ ਕੀਤਾ ਗਿਆ ਹੈ। ਆਸ਼ੂ ਨੇ ਕਿਹਾ ਕਿ ਝੋਨੇ ਦੇ ਚਾਲੂ ਖਰੀਦ ਸੀਜ਼ਨ ਦੌਰਾਨ ਦੂਸਰੇ ਸੂਬਿਆਂ ਤੋਂ ਝੋਨਾ ਚੌਲ ਲਿਆਉਣ ਤੇ ਪੂਰਨ ਪਾਬੰਦੀ ਰਹੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਕਿ ਦੂਸਰੇ ਸੂਬਿਆਂ ਤੋਂ ਝੋਨਾ ਅਤੇ ਚੌਲ ਦੀ ਗੈਰ ਕਾਨੂੰਨੀ ਆਮਦ ਨੂੰ ਰੋਕਣ ਲਈ ਸਖਤੀ ਕੀਤੀ ਜਾਵੇ। ਰੰਧਾਵਾ ਨੇ ਸਾਰੇ SSPs ਨੂੰ ਚੇਤਾਵਨੀ ਦਿੱਤੀ ਕਿ ਸਾਰੇ ਮੁੱਖ ਮਾਰਗਾਂ ਤੇ ਲਿੰਕ ਸੜਕਾਂ ਤੇ ਦਿਨ ਰਾਤ ਨਾਕੇ ਲਾਉਣ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਝੋਨੇ ਦੀ ਆਮਦ ਨੂੰ ਰੋਕਣ ਦੇ ਲਈ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ। ਰੰਧਾਵਾ ਨੇ ਪ੍ਰਮੁੱਖ ਸਕੱਤਰ ਗ੍ਰਹਿ ਤੇ DGP ਨੂੰ ਵੀ ਚਿੱਠੀ ਲਿਖੀ ਹੈ ਕਿ ਦੂਸਰੇ ਸੂਬਿਆਂ ਤੋਂ ਝੋਨੇ ਦੀ ਗੈਰ ਕਾਨੂੰਨੀ ਆਮਦ ਨੂੰ ਰੋਕਣ ਲਈ ਸ਼ਾਮ ਤੱਕ ਜ਼ਿਲ੍ਹਿਆਂ ਦੇ ਵਿੱਚ ਵਾਧੂ ਪੁਲਿਸ ਕਰਮਚਾਰੀ ਤੈਨਾਤ ਕੀਤੇ ਜਾਣ। ਸੋ ਸਾਰੇ ਜਿਹੜੇ ਸਰਹੱਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਤੇ ਨਾਕੇਬੰਦੀ ਕਰਨ ਦੇ ਲਈ ਤੁਰੰਤ ਕਹਿ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਵਾਰੀ ਝੋਨੇ ਦੇ ਸੀਜ਼ਨ ਦੇ ਵਿੱਚ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਪੂਰੀ ਸਖਤੀ ਹੈ ਜਿਹੜੀ ਉਹ ਵਰਤੀ ਜਾਵੇਗੀ। ਜਿਸ ਨਾਕੇ ਦੇ ਉੱਪਰੋਂ, ਜਿਸ ਰਸਤੇ ਦੇ ਉੱਪਰੋਂ ਇਹ ਝੋਨਾ ਸਮਗਲ ਹੋ ਕੇ ਜਾਂ ਪੈਡੀ ਸਮਗਲ ਹੋ ਕੇ ਪੰਜਾਬ 'ਚ ਐਂਟਰੀ ਕਰੇਗਾ, ਉੱਥੇ SHO ਦੀ ਰਿਸਪੌਂਸਿਬਿਲਿਟੀ ਨਹੀਂ ਫਿਕਸ ਕੀਤੀ ਜਾਏਗੀ, ਉਸ ਏਰੀਏ ਦੇ SSP ਦੀ ਜਿਹੜੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਹੋਰ ਐਲਾਨ ਪੰਜਾਬੀਆਂ ਦੇ ਲਈ ਕੀਤੇ ਨੇ। ਸਭ ਤੋਂ ਵੱਡਾ ਐਲਾਨ ਕਿਸਾਨਾਂ ਦੇ ਲਈ ਕੀਤਾ ਗਿਆ ਹੈ। ਕਿਸਾਨਾਂ ਦੇ ਖਿਲਾਫ ਜਿਹੜੇ ਰੇਲਵੇ ਤੇ ਬੈਠੇ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਸੀ ਉਹ ਕੇਸ ਵਾਪਸ ਲੈਣ ਦੇ ਹੁਕਮ ਦਿੱਤੇ ਨੇ। CM ਨੇ RPF ਦੇ ਵੱਲੋਂ ਕਿਸਾਨਾਂ ਤੇ ਜਿਹੜੇ ਇਹ ਪਰਚੇ ਦਰਜ ਕੀਤੇ ਗਏ ਸੀ ਉਹਨਾਂ ਨੇ ਇਸ ਹੁਕਮ ਨੂੰ ਤੁਰੰਤ ਲਾਗੂ ਕਰਨ ਦੇ ਲਈ RPF ਦੇ ਚੇਅਰਮੈਨ ਨੂੰ ਚਿੱਠੀ ਵੀ ਲਿਖ ਦਿੱਤੀ ਹੈ। ਚੇਅਰਮੈਨ ਜਿਹੜੇ ਭਾਰਤ ਸਰਕਾਰ ਰੇਲਵੇ ਬੋਰਡ ਦੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਮਾਮਲੇ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਅਤੇ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਦੇ ਖਿਲਾਫ ਰੇਲਵੇ ਪ੍ਰੋਟੈਕਸ਼ਨ ਫੋਰਸ ਯਾਨੀ ਕਿ RPF ਦੇ ਵੱਲੋਂ ਦਰਜ ਕੀਤੇ ਕੇਸ ਤੁਰੰਤ ਵਾਪਸ ਲਏ ਜਾਣ। ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਜਦੋਂ ਅੰਦੋਲਨ ਵਿੱਢਿਆ ਗਿਆ ਸੀ ਤਾਂ ਪੰਜਾਬ ਦੇ ਵਿੱਚ
ਕਈ ਥਾਵਾਂ ਤੇ ਰੇਲਵੇ ਟਰੈਕ ਰੋਕੇ ਗਏ ਸੀ। ਉਸ ਦਰਮਿਆਨ ਆਰਪੀਐਫ ਨੇ ਕਿਸਾਨਾਂ ਦੇ ਖਿਲਾਫ 30 ਕੇਸ ਨੇ ਜਿਹੜੇ ਉਹ ਦਰਜ ਕੀਤੇ ਗਏ ਸੀ। ਮੁੱਖ ਮੰਤਰੀ ਚੰਨੀ ਨੇ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਪਰਿਵਾਰਿਕ ਪੈਨਸ਼ਨ ਦਾ ਲਾਭ ਦੇਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮੁਲਾਜ਼ਮ ਪੱਖੀ ਫੈਸਲਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ 1 ਜਨਵਰੀ 2004 ਤੋਂ ਬਾਅਦ ਨਿਯੁਕਤ ਸਰਕਾਰੀ ਕਰਮਚਾਰੀਆਂ ਦੇ ਲਈ ਪਰਿਵਾਰਿਕ ਪੈਨਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੇਵਾ ਮੁਕਤੀ ਤੋਂ ਪਹਿਲਾਂ ਮੌਤ ਦੇ ਮਾਮਲੇ ਵਿੱਚ ਪਰਿਵਾਰਿਕ ਪੈਨਸ਼ਨ ਦਾ ਲਾਭ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਦੇਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਸੇ ਤਰ੍ਹਾਂ ਤੀਸਰਾ ਐਲਾਨ ਹੈ ਜਿਹੜਾ ਦੋਵੇਂ ਮਾਪੇ ਗਵਾਉਣ ਵਾਲੀਆਂ ਧੀਆਂ ਦੇ ਲਈ ਕੀਤਾ ਗਿਆ ਹੈ। ਕੋਵਿਡ ਦੇ ਦੌਰਾਨ ਜਿਨ੍ਹਾਂ ਧੀਆਂ ਨੇ ਦੋਵੇਂ ਮਾਪੇ ਗਵਾ ਦਿੱਤੇ ਨੇ, ਮਾਂ ਤੇ ਪਿਓ ਗਵਾ ਦਿੱਤਾ ਹੈ, ਉਹਨਾਂ ਨੂੰ ਆਸ਼ੀਰਵਾਦ ਸਕੀਮ ਦੇ ਤਹਿਤ ਸਾਲਾਨਾ ਆਮਦਨ ਸੀਮਾ ਤੇ ਛੋਟ ਦੇਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ। यानी कि इन्हां लाभपात्रियों की आमदनी हद नूं घटा दिता गया है। समाजिक सुरक्षा, स्त्री ते बाल विकास विभाग के प्रस्ताव नूं मनदे होए मुख मंत्री चन्नी ने दोवें मापियां तो महरूम लड़कियां नूं आशीर्वाद स्कीम दीआं लाभपात्री वजों सालाना आमदन सीमा 32,790 रुपए ते छोट देण जां फिर माफ करन दे हुकम दित्ते ने ते इह जिहड़ी सहूलत है अनुसूचित जाति भाईचारे दीआं लड़कियां नूं दित्ती जावेगी। पंजाब प्रदेश कांग्रेस प्रधान दे अहुदे तो अस्तीफा देण तो बाद नवजोत सिंह सिद्धू ने मुड़ स्पष्ट किया है कि वो अपने अस्तीफे ते हाले भी कायम ने। सिद्धू ने कहा कि मैं महात्मा गांधी ते लाल बहादुर शास्त्री जी के सिद्धांतां दा पालन करदा रहांगा। किसी अहुदे ते रहां जां ना रहां, मैं राहुल गांधी ते प्रियंका गांधी दे नाल खड़ा रहांगा। सारियां पंजाब दोखी ताकतां नूं मैनूं हराउण दी कोशिश करन दिओ, पर मैं सकारात्मक तरीके दे नाल पंजाब ते पंजाबीयत नूं जितावांगा। मैं अपने अंदर मगदे चढ़दी कला दे जर्रे जर्रे दे नाल पंजाब नूं जितावांगा। ये जिहड़ा सिद्धू ने मुड़ तो स्पष्ट किया है गांधी जयंती वाले दिन। नाल ही ये सवाल भी खड़े हो रहे ने कि की कांग्रेस प्रधान नवजोत सिंह सिद्धू एकांतवास दे विच चले गए ने, क्योंकि पिछले एक दिन तो लैके लगातार ना ही तो किसी नूं मिलदे दिखाई दे रहे ने ते ना ही वो अपने घर तो बाहर आ रहे ने। हालांकि पटियाला स्थित रिहाइश के बाहर CID दे मुलाजम भी लगातार तैनात ने, जुटे हुए ने ते मीडिया भी जुटिया होया, लोग भी मिलण आउंदे ने, पर नवजोत सिंह सिद्धू कहंदे मिल नहीं रहे किसी नूं भी। बुलेटिन दे शुरू दे विच आपां गल कीती सी झोने वाले किसानां दी, ते जे गल नरमे वाले किसानां दी कर लईए तां उन्हां दी गल करदिआं सचमुच दिल दुखदा है, क्योंकि नरमे दी सारी फसल गुलाबी सुंडी ने खा लई है। मालवा पट्टी दे विच किसान खुदकुशियां करन लगे ने। बहुत ही ये दुखदाई है कि सरदूलगढ़ दे विच 2 किसानां ने खुदकुशी कर लई है। सरदूलगढ़ दे विच गुलाबी सुंडी ने बर्बाद कीती नरमे दी फसल है जिहड़ी, उस तो परेशान होकर किसानां ने अपनी जान दे दित्ती है। पिंड बनावाली दे सुखमंदर सिंह 54 साल दी उमर सी, उन्होंने अपने घर विच फाहा लैके जीवन खत्म कर लिया। सुखमंदर सिंह कोल 10 एकड़ जमीन अपनी ते 8 एकड़ जमीन ठेके ते सी ते नरमे दी फसल बीजी सी। 18 एकड़ जमीन पूरी तरह दे नाल बर्बाद कर दित्ती गुलाबी सुंडी ने। पिछले साल भी मींह कारण उन्हां दी सारी फसल नुकसानी गई सी। लगातार 2 साल फसल बर्बाद होने कारण सुखमंदर सिंह परेशान सी, इस करके खुदकुशी कर गए। 8 लाख रुपए का बैंक सोसाइटियां अते आड़तियां दा कर्जा सी। 2 पुत्र ते 1 धी है। 2 साल पहला ही उसने अपनी धी का विआह किया सी। इस दे नाल ही पिंड दानेवाला दे रशपिंदर सिंह 26 साल की उम्र नौजवान किसान, उसने भी सल्फास निकल के खुदकुशी कर ली। रशमिंदर सिंह दे कोल अपनी 4 एकड़ अते 10 एकड़ ठेके ते लई जमीन सी। पूरी 14 एकड़ जमीन गुलाबी सुंडी ने खा लई अते सारियां जिहड़ियां आसां सी उन्हां ते पानी फेर दिता। 1 महीना पहलां तक जिथे किसान खुश दिखाई दे रहे थे कि इस बारी वधिया झाड़ होगा, सारी दी सारी फसल बर्बाद हो गई है। सदमा ना सहारदे हुए नौजवान किसान सल्फास निकल गया, इलाज दौरान मौत हो गई। सो ये जिहड़ा तनाव है किसानां ते वो सिर्फ इन्हां दोवें किसानां ते नहीं बल्कि पंजाब दे सारे किसान इस तनाव दे विचों गुजर रहे ने। झोने वाले किसानां नूं थोड़ी राहत जरूर मिली है, क्योंकि ऐतवार तो झोने की खरीद है जिहड़ी शुरू हो जाएगी, पर नरमे वाले किसान ने जिहड़े जाण ते किधर जाण। मुख मंत्री नूं चाहिदा है कि जल्दी किसानां दे खेतां दी जिहड़ी गिरदौरी मुकम्मल करवा के ते उन्हां नूं बनदा मुआवजा जरूर दित्ता जावे। 5-5 हज़ार प्रति एकड़ मुआवजे दे नाल किसानां दा कुछ नहीं होना ते किसान जथेबंदियां भी मंग कर रही ने कि 50,000 जां 60,000 रुपये प्रति एकड़ मुआवजा दिता जाए, नहीं तो किसान सचमुच ही खत्म ने आर्थिक पक्षों। प्रधानमंत्री नरेंद्र मोदी ने खेती कानूनों का विरोध करने वालियां विरोधी धिरां की आलोचना करदिआं इस नूं बौद्धिक बेईमानी ते सियासी धोखेबाजी करार दिता। PM मोदी ने भी दोहराया कि सरकार किसानां दे नाल गलबात करन दे लई तैयार है। एक रसाले नूं इंटरव्यू देण दौरान प्रधानमंत्री ने कहा कि विरोधी धिर किसानां दे नाल धोखा कर रही है। दहाकिਆਂ ਪਹਿਲਾਂ देश
ਦੇਸ਼ ਨੂੰ ਜਿਹੜੇ ਲਾਭ ਮਿਲਣੇ ਚਾਹੀਦੇ ਸੀ ਉਹ ਹਾਲੇ ਤੱਕ ਨਹੀਂ ਮਿਲੇ। ਪਹਿਲਾਂ ਸੱਤਾ ਲਈ ਸਰਕਾਰਾਂ ਚੱਲਦੀਆਂ ਸੀ ਪਰ ਹੁਣ ਜਨਤਾ ਸਰਕਾਰ ਚਲਾਉਂਦੀ ਹੈ। ਖੇਤੀ ਕਾਨੂੰਨਾਂ ਦਾ ਸਮਰਥਨ ਫੇਰ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕੋਈ ਰਾਹਤ ਭਰਿਆ ਜਿਹੜਾ ਬਿਆਨ ਹੈ ਉਹ ਨਹੀਂ ਦਿੱਤਾ। ਕਹਿੰਦੇ ਜਿਹੜੇ ਲੋਕ ਕਿਸਾਨ ਪੱਖੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਦੇਖਿਆ ਜਾਵੇ ਤਾਂ ਉਹ ਬੌਧਿਕ ਬੇਈਮਾਨ ਤੇ ਸਿਆਸੀ ਧੋਖੇਬਾਜ਼ ਨੇ। ਦੋਸ਼ ਲਾਇਆ ਕਿ ਖੇਤੀਬਾੜੀ ਕਾਨੂੰਨਾਂ ਦੇ ਮੌਜੂਦਾ ਵਿਰੋਧੀ ਵੀ ਪਹਿਲਾਂ ਇਹੀ ਤਬਦੀਲੀ ਚਾਹੁੰਦੇ ਸੀ, ਹੁਣ ਅਸੀਂ ਕਰ ਦਿੱਤੀ ਹੈ ਤਾਂ ਰੌਲਾ ਪਾ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਅਸਹਿਮਤੀ ਤੇ ਚਰਚਾ ਕਰਨ ਲਈ ਕਿਹਾ, ਯਾਨੀ ਕਿ ਮੋਦੀ ਸਰਕਾਰ ਹਾਲੇ ਵੀ ਟਸ ਤੋਂ ਮਸ ਨਹੀਂ ਹੋ ਰਹੀ ਹੈ। ਜੇ ਵਿਰੋਧ ਕਰਨ ਵਾਲਿਆਂ ਨੂੰ ਬੇਈਮਾਨ ਤੇ ਸਿਆਸੀ ਧੋਖੇਬਾਜ਼ ਦੱਸ ਰਹੀ ਹੈ ਤਾਂ ਕਿਸਾਨਾਂ ਨੂੰ ਵੀ ਕਹਿ ਰਹੀ ਹੈ ਕਿ ਕਾਨੂੰਨ ਚੰਗੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਅਸਹਿਮਤੀ ਹੁੰਦੀ ਹੈ ਸਰਕਾਰ ਇਕੱਠੇ ਬੈਠ ਕੇ ਉਹਨਾਂ ਮੁੱਦਿਆਂ ਤੇ ਕਿਸਾਨਾਂ ਦੇ ਨਾਲ ਚਰਚਾ ਕਰਨ ਦੇ ਲਈ ਤਿਆਰ ਹੈ। ਬਹੁਤ ਸਾਰੀਆਂ ਬੈਠਕਾਂ ਹੋਈਆਂ ਨੇ ਪਰ ਅੱਜ ਤੱਕ ਕੋਈ ਵੀ ਅਸਹਿਮਤੀ ਦੇ ਵਿਸ਼ੇਸ਼ ਨੁਕਤੇ ਨਾਲ ਅੱਗੇ ਨਹੀਂ ਆਇਆ ਤੇ ਅਸੀਂ ਇਹ ਬਦਲਾਅ ਚਾਹੁੰਦੇ ਹਾਂ। ਯਾਨੀ ਕਿ ਬਹੁਤ ਹੀ ਚਲਾਕੀ ਭਰਿਆ ਬਿਆਨ ਫਿਰ ਪ੍ਰਧਾਨ ਮੰਤਰੀ ਨੇ ਦਿੱਤਾ ਹੈ। ਜਦ ਕਿ ਜਿੰਨੀਆਂ ਵੀ ਬੈਠਕਾਂ ਹੋਈਆਂ ਨੇ ਸਾਰੀਆਂ ਮੀਡੀਆ ਨੇ ਵੀ ਕਵਰ ਕੀਤੀਆਂ ਨੇ। ਅਸੀਂ ਖੁਦ ਉੱਥੇ ਮੌਜੂਦ ਰਹਿੰਦੇ ਸੀ ਤਾਂ ਕਿਸਾਨ ਲੈ ਕੇ ਜਾਂਦੇ ਸੀ ਕਈ ਪੇਜਾਂ ਦੇ ਚਿੱਠੇ ਕੱਢ ਕੇ ਲੈ ਕੇ ਜਾਂਦੇ ਸੀ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਇਹ ਗਲਤ ਹੈ, ਇਹ ਗਲਤ ਹੈ, A to Z ਗਲਤ ਹੈ, ਇਸ ਕਰਕੇ ਰੱਦ ਕਰ ਦਿਓ। ਪਰ ਸਰਕਾਰ ਕਹਿੰਦੀ ਹੈ ਕਿ ਅਸਹਿਮਤੀ ਵਾਲਾ ਨੁਕਤਾ ਕਦੇ ਕਿਸਾਨਾਂ ਨੇ ਰੱਖਿਆ ਹੀ ਨਹੀਂ। ਬੜੀ ਹੈਰਾਨੀ ਦੀ ਗੱਲ ਹੈ। ਕਾਂਗਰਸ ਕਲੇਸ਼ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਮੁੜ ਕੈਪਟਨ ਨੂੰ ਨਿਸ਼ਾਨਾ ਬਣਾਇਆ ਹੈ। ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫੈਸਲਾ ਪਾਰਟੀ ਵਿਧਾਇਕਾਂ ਦੇ ਕਹਿਣ ਤੇ ਲਿਆ ਗਿਆ ਸੀ। ਸੁਰਜੇਵਾਲਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਫੈਸਲਾ ਨਹੀਂ ਲਿਆ। ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਬਦਲਣ ਲਈ ਲਿਖਤੀ ਰੂਪ ਦੇ ਵਿੱਚ ਸਾਨੂੰ ਅਪੀਲ ਕੀਤੀ ਸੀ। ਸੁਰਜੇਵਾਲਾ ਨੇ ਕਿਹਾ ਕਿ ਜੇ ਅਸੀਂ ਮੁੱਖ ਮੰਤਰੀ ਨਾ ਬਦਲਦੇ ਤਾਂ ਕਿਹਾ ਜਾਣਾ ਸੀ ਕਿ ਕਾਂਗਰਸ ਤਾਨਾਸ਼ਾਹ ਹੈ। ਇੱਕ ਪਾਸੇ 78 ਵਿਧਾਇਕ ਨੇ, ਦੂਸਰੇ ਪਾਸੇ ਸਿਰਫ ਇੱਕ ਮੁੱਖ ਮੰਤਰੀ ਨੇ, ਇਸ ਲਈ ਪਾਰਟੀ ਨੂੰ ਇਹ ਫੈਸਲਾ ਲੈਣਾ ਪਿਆ। ਸੁਰਜੇਵਾਲਾ ਨੇ ਵੀ ਕਿਹਾ ਕਿ ਕਾਂਗਰਸ ਨੇ ਅਨੁਸੂਚਿਤ ਜਾਤੀ ਦੇ ਪੁੱਤਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ 'ਚ ਇੱਕ ਮਿਸਾਲ ਕਾਇਮ ਕੀਤੀ ਹੈ। ਬੀਜੇਪੀ 15 ਸੂਬਿਆਂ ਦੇ ਵਿੱਚ ਸੱਤਾ ਦੇ ਵਿੱਚ ਹੈ। ਇਸ ਨੇ ਇੱਕ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਕਿਤੇ ਮੁੱਖ ਮੰਤਰੀ ਬਣਾਇਆ ਹੈ? ਇਹ ਸਵਾਲ ਪੁੱਛਿਆ ਰਣਦੀਪ ਸੁਰਜੇਵਾਲਾ ਨੇ। ਪੰਜਾਬ ਸਰਕਾਰ ਨੇ ਜਿਹੜਾ ਬੇਅਦਬੀ ਮਾਮਲਿਆਂ ਦੇ ਵਾਸਤੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪ੍ਰੋਸੀਕਿਊਟਰ ਨਿਯੁਕਤ ਕੀਤਾ ਹੈ, ਉਸ ਤੇ ਪੰਜਾਬ ਦੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਚੁੱਕੇ ਨੇ, ਜਿਹੜੇ ਕਿ ਅੱਜਕੱਲ ਆਮ ਆਦਮੀ ਪਾਰਟੀ ਦੇ ਲੀਡਰ ਨੇ। ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ RS ਬੈਂਸ ਦੀ ਕੀਤੀ ਨਿਯੁਕਤੀ ਦਾ ਵਿਰੋਧ ਕਰਦਿਆਂ ਇਸ ਨੂੰ ਸਰਾਸਰ ਧੋਖਾ ਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣਾ ਦੱਸਿਆ। ਕੰਵਰ ਨੇ ਕਿਹਾ ਕਿ ਜਿਸ ਸਰਕਾਰੀ ਵਕੀਲ ਨੂੰ ਬੇਅਦਬੀ ਕਾਂਡ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਨਿਯੁਕਤ ਕੀਤਾ ਜਾ ਰਿਹਾ ਹੈ ਉਹ ਕੋਟਕਪੂਰਾ ਗੋਲੀकांड ਦੇ ਮੁੱਖ ਪੀੜਤਾਂ ਵਿੱਚੋਂ ਇੱਕ ਅਜੀਤ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਹੇ ਸੀ, ਜੋ ਕਿ 9 ਅਪ੍ਰੈਲ 2021 ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਜਦਕਿ ਇਸ ਕੇਸ ਨੂੰ ਡਿਫੈਂਡ ਕਰਨ ਵਾਸਤੇ ਉਕਤ ਵਕੀਲ ਦੇ ਵੱਲੋਂ ਕੋਈ ਵੀ ਦਲੀਲ ਜਾਂ ਬਹਿਸ ਨਹੀਂ ਕੀਤੀ ਗਈ। ਇਹਨਾਂ ਸਾਰੀਆਂ ਗੱਲਾਂ ਦਾ ਹਵਾਲਾ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇੱਕ ਵਾਰੀ ਫੇਰ ਪੰਜਾਬ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ। ਨਾਭਾ ਤੋਂ ਖਬਰ ਹੈ, ਜਿੱਥੇ ਪਿੰਡ ਜਿੰਦਲਪੁਰ ਦੇ ਵਿੱਚ ਭੱਠੇ ਤੇ 3 ਮਜ਼ਦੂਰਾਂ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਹ ਬਹੁਤ ਹੀ ਜਿਹੜੀ ਦਰਦਨਾਕ ਖਬਰ ਹੈ। ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਪਟਿਆਲਾ ਦੇ ਪ੍ਰਧਾਨ ਲਖਬੀਰ ਸਿੰਘ ਗੰਭੀਰ ਹਾਲਤ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਜ਼ੇਰੇ ਇਲਾਜ ਨੇ, ਉਹ ਵੀ ਬਿਜਲੀ ਡਿੱਗਣ ਦੀ ਚਪੇਟ ਦੇ ਵਿੱਚ ਆ ਗਏ। ਮ੍ਰਿਤਕਾਂ ਦੀ ਸ਼ਨਾਖਤ ਧਨੌਰੀ ਪਿੰਡ ਤੋਂ ਗੁਰਲਾਲ ਸਿੰਘ ਅਤੇ ਰਾਇਮਲ ਮਾਜਰੀ ਪਿੰਡ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਭਾਰਤ ਸਰਕਾਰ ਨੇ ਜੇਬਾਂ ਕੱਟਣ ਦਾ ਕਹਿੰਦੇ ਨਵਾਂ ਤਰੀਕਾ ਲੱਭ ਲਿਆ। ATM ਕਾਰਡ ਨੂੰ ਲੈ ਕੇ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ। ਹੁਣ ATM ਦੀ ਵਾਰੀ-ਵਾਰੀ ਵਰਤੋਂ ਕਰਨ ਵਾਲੇ ਤੇ ਵਾਰੀ-ਵਾਰੀ ATM ਗਵਾਉਣ ਵਾਲੇ ਸਾਵਧਾਨ ਹੋ ਜਾਣ। ਭਾਰਤ ਸਰਕਾਰ ਨੇ ATM ਦੀ ਵਰਤੋਂ ਉਤੇ ਨਵੇਂ ATM ਕਾਰਡ ਜਾਰੀ ਕਰਵਾਉਣ ਤੇ ਮੋਟੇ ਟੈਕਸ ਲਗਾ ਦਿੱਤੇ ਨੇ, ਚਾਰਜ ਲਗਾ ਦਿੱਤੇ ਨੇ। ਹੁਣ ਨਵਾਂ ਡੈਬਿਟ ਕਾਰਡ ਲੈਣ ਦੇ ਲਈ 300 ਰੁਪਏ ਦੇ ਨਾਲ GST ਵੀ ਦੇਣਾ ਪਵੇਗਾ। ਸੋ ਆਪਣੇ ਕਾਰਡ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖੋ, ਸਾਂਭ ਕੇ ਰੱਖੋ, ਗਵਾਓ ਨਾ ਤੇ ਵਾਰੀ-ਵਾਰੀ ਪੈਸੇ ਵੀ ਨਾ ਕਢਾਉਣ ਜਾਓ। ਜਿੰਨੇ ਕਢਾਉਣ ਦੀ ਤੁਹਾਨੂੰ ਲੋੜ ਹੈ 1-2 ਵਾਰੀਆਂ ਦੇ ਵਿੱਚ ਕਢਾ ਲਿਆ ਕਰੋ। ਦੇਸ਼ ਦੇ ਵਿੱਚ ਪੈਟਰੋਲ ਹੋਰ ਤੇ ਡੀਜ਼ਲ ਵੀ ਹੋਰ ਮਹਿੰਗਾ ਕਰ ਦਿੱਤਾ ਗਿਆ। ਪੈਟਰੋਲ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵਧਾ ਦਿੱਤਾ ਗਿਆ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।